ਹੈਲੋ ਫਰੈਂਡਸ, ਮੈਂ ਤੁਹਾਡਾ ਵੈਲਕਮ ਕਰਦਾ ਸੈਕਿੰਡ ਵੀਡੀਓ ਚ ਪੋਲੀਨੋਮੀਅਲਸ ਦੀ। ਆਪਾਂ ਨੇ ਪਹਿਲੀ ਵੀਡੀਓ ਚ ਕੁਝ ਬੇਸਿਕਸ ਕਵਰ ਕੀਤੇ ਸੀਗੇ, ਜਿਹਦੇ ਵਿੱਚ ਆਪਾਂ ਨੇ ਪੋਲੀਨੋਮੀਅਲ ਦੀ ਡੈਫੀਨੇਸ਼ਨਸ ਪੜ੍ਹੀ ਸੀ, ਟਾਈਪਸ ਆਫ ਪੋਲੀਨੋਮੀਅਲਸ ਪੜ੍ਹਿਆ ਸੀ, ਟਰਮਸ ਬਾਰੇ ਪੜ੍ਹਿਆ ਸੀਗਾ। ਤੇ ਅੱਜ ਆਪਾਂ ਕੁਝ ਹੋਰ ਅੱਗੇ ਕਵਰ ਕਰਾਂਗੇ ਪੋਲੀਨੋਮੀਅਲਸ ਬਾਰੇ। ਤੇ ਅੱਜ ਆਪਾਂ ਜੋ ਚੀਜ਼ ਕਵਰ ਕਰਨ ਜਾ ਰਹੇ ਹਾਂ ਇਹ ਆਪਾਂ 9th ਕਲਾਸ ਚ ਕਵਰ ਕੀਤੀ ਹੋਈ ਆ, ਪਰ 10th ਚ ਵੀ ਆਪਣੇ ਯੂਜ਼ ਹੋਣੀ ਆ, ਤਾਂ ਇਸ ਕਰਕੇ ਆਪਾਂ ਇਹਨੂੰ ਦੁਬਾਰਾ ਰੀਕਾਲ ਕਰ ਰਹੇ ਹੈਗੇ ਆ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਵੈਲਿਊ ਆਫ ਪੋਲੀਨੋਮੀਅਲ। ਕਿਸੇ ਪੋਲੀਨੋਮੀਅਲ ਦੀ ਵੈਲਿਊ ਆਪਾਂ ਕਿਵੇਂ ਫਾਈਂਡ ਕਰ ਸਕਦੇ ਹਾਂ, ਇਹ ਅੱਜ ਆਪਾਂ ਸਟੱਡੀ ਕਰਾਂਗੇ। ਹਾਊ ਟੂ ਫਾਈਂਡ ਦਾ ਵੈਲਿਊ ਆਫ ਅ ਪੋਲੀਨੋਮੀਅਲ। ਮੰਨ ਲਓ ਆਪਾਂ ਨੇ ਕੱਲ ਕੀਤਾ ਸੀਗਾ ਕਿ ਕੋਈ ਪੋਲੀਨੋਮੀਅਲ ਨੂੰ ਆਪਾਂ ਨੇ ਡਿਨੋਟ ਕਰਨਾ, ਆਪਾਂ px ਨਾ ਕਰਦੇ ਸੀਗੇ, ਪੋਲੀਨੋਮੀਅਲ ਇਨ ਵੇਰੀਏਬਲ x। ਲੈਟਸ ਸੇ ਕੋਈ ਪੋਲੀਨੋਮੀਅਲ px ਆ ਤੇ ਆਪਾਂ ਨੂੰ ਕੋਈ ਵੀ ਇੱਕ ਰੀਅਲ ਨੰਬਰ ਦੇਤਾ। ਮੰਨ ਲਓ ਇੱਕ px ਪੋਲੀਨੋਮੀਅਲ ਆ ਤੇ k ਕੋਈ ਕੀ ਆ, ਰੀਅਲ ਨੰਬਰ ਹੈਗਾ। ਤੇ ਜਦੋਂ ਆਪਾਂ ਵੈਲਿਊ ਫਾਈਂਡ ਕਰਨੀ ਹੈਗੀ ਪੋਲੀਨੋਮੀਅਲ ਦੀ, ਤਾਂ ਆਪਾਂ x ਵੇਰੀਏਬਲ ਨੂੰ ਉਸ ਰੀਅਲ ਨੰਬਰ ਨਾਲ ਰਿਪਲੇਸ ਕਰ ਦਾਂਗੇ। then the value obtained by replacing x by k in px। ਤਾਂ ਜਿਹੜੀ ਵੈਲਿਊ obtain ਹੋਊਗੀ ਪੋਲੀਨੋਮੀਅਲ ਦੀ, ਆਪਾਂ ਜਿਹੜਾ x ਵੇਰੀਏਬਲ ਆ ਉਹਨੂੰ k ਰੀਅਲ ਨੰਬਰ ਨਾਲ ਰਿਪਲੇਸ ਕਰ ਦਾਂਗੇ, ਤੇ ਜਿਹੜੀ ਵੈਲਿਊ obtained ਹੋਊਗੀ ਉਹ ਉਸ ਪੋਲੀਨੋਮੀਅਲ ਦੀ ਕੀ ਹੋਊਗੀ, ਵੈਲਿਊ ਹੋਊਗੀ। ਫॉर ਐਗਜ਼ਾਮਪਲ ਆਪਣੇ ਕੋਲ ਇੱਕ ਪੋਲੀਨੋਮੀਅਲ ਗਿਵਨ ਆ px = x³ + x² + x - 5। मान लो मेरी वैल्यू, लेट मैं एक रियल नंबर लेना, लेट से मेरी वैल्यू 1 ਤੇ ਫਾਈਂਡ ਕਰਨੀ ਹੈ, x ਦੀ ਵੈल्यू 1 ਤੇ ਫਾਈਂਡ ਕਰਨੀ ਹੈਗੀ। ਹੁਣ ਆਪਾਂ ਚੈੱਕ ਕਰਦੇ ਹਾਂ ਕਿਵੇਂ ਫਾਈਂਡ ਕਰਾਂਗੇ। ਆਪਾਂ ਕੀ ਕਰਾਂਗੇ, ਪੋਲੀਨੋਮੀਅਲ ਨੂੰ ਰਿਪਲੇਸ ਕਰ ਦਾਂਗੇ x ਨੂੰ 1 ਨਾਲ, ਉਹਦੇ 1³ + 1² + 1 - 5। 1³ 1 ਹੀ ਹੁੰਦਾ ਹੈਗਾ, 1 1 - 5, 3 - 5 ਆਨਸਰ ਆ ਗਿਆ -2। ਤਾਂ ਇਸ ਵੈਲਿਊ ਦੀ ਇਸ ਪੋਲੀਨੋਮੀਅਲ ਦੀ ਵੈਲਿਊ 1 ਤੇ ਜਿਹੜੀ ਹੈ ਉਹ -2 ਆ। ਸਿਮਿਲਰਲੀ ਮੰਨ ਲਓ ਇਸ ਪੋਲੀਨੋਮੀਅਲ ਦੀ ਆਪਾਂ ਨੇ ਵੈਲਿਊ ਫਾਈਂਡ ਕਰਨੀ ਹੈ 0 ਤੇ। ਅਗਰ ਆਪਾਂ ਨੇ 0 ਤੇ ਫਾਈਂਡ ਕਰਨੀ ਹੈ ਤਾਂ ਉਹਦੇ ਆਪਾਂ p0 ਕਰ ਦਾਂਗੇ, ਤਾਂ ਦੈਨ ਹੋ ਜੂ 0³ + 0² + 0 - 5। ਤਾਂ ਆ 0 ਹੋ ਗਿਆ ਤਾਂ -5 ਇਹਦੀ ਵੈਲਿਊ ਆ ਗਈ। ਸਿਮਿਲਰਲੀ ਆਪਣੇ ਕੋਲ ਹੋਰ ਕੋਈ ਵੀ ਪੋਲੀਨੋਮੀਅਲ ਆ, ਉਹਦੀ ਆਪਾਂ ਇਹ ਵੈਲਿਊ ਫਾਈਂਡ ਕਰ ਸਕਦੇ ਹਾਂ। ਚਲੋ ਮੈਂ ਤੁਹਾਨੂੰ ਇੱਕ ਕੁਐਸਚਨ ਦਿੰਨਾ, ਜਿਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੋਗੇ। ਇੱਕ ਪੋਲੀਨੋਮੀਅਲ ਹੈ py y³ + y² - 5। ਇਹਦੀ ਵੈਲਿਊ ਤੁਸੀਂ ਫਾਈਂਡ ਕਰਨੀ ਹੈਗੀ ਆ, ਕਿਸ ਤੇ ਫਾਈਂਡ ਕਰਨੀ ਹੈਗੀ ਆ, p1 ਤੇ ਫਾਈਂਡ ਕਰਨੀ ਆ ਤੇ p - 5 ਤੇ ਫਾਈਂਡ ਕਰਨੀ ਹੈਗੀ। ਤੁਸੀਂ ਮੈਨੂੰ ਇਹਦਾ ਆਨਸਰ ਕਮੈਂਟ ਸੈਕਸ਼ਨ 'ਚ ਦੋਗੇ। Now we will study zero of polynomial। zero of polynomial ਕੀ ਹੁੰਦੀ ਹੈ? zero of polynomial value of polynomial ਦਾ ਇੱਕ ਸਟੈਪ ਅੱਗੇ ਆ। ਹੁਣ ਆਪਾਂ ਨੇ ਪੜਿਆ, ਮੰਨ ਲਓ ਕੋਈ ਵੀ ਰੀਅਲ ਨੰਬਰ ਆ k, ਉਹ zero of polynomial ਕਿਦੋਂ ਹੋਊਗਾ, ਜਦੋਂ ਕਿਸੇ ਪੋਲੀਨੋਮੀਅਲ ਦੀ ਕੋਈ ਰੀਅਲ ਨੰਬਰ ਸਬਸਟੀਟਿਊਟ ਕਰਨ ਤੇ ਵੈਲਿਊ 0 ਆ ਜੇ। ਉਸ ਰੀਅਲ ਨੰਬਰ k ਨੂੰ ਆਪਾਂ zero of polynomial ਕਹਿੰਦੇ ਆ। ਉਹ ਉਸ ਪੋਲੀਨੋਮੀਅਲ ਦਾ ਸੋਲੂਸ਼ਨ ਹੁੰਦਾ ਹੈਗਾ। ਫॉर ਐਗਜ਼ਾਮਪਲ ਆਹ ਇੱਕ ਪੋਲੀਨੋਮੀਅਲ ਹੈ py y² - 3y - 4। ਇਹਦੇ ਮੈਂ ਕੁਝ ਰੀਅਲ ਨੰਬਰਸ ਪੁੱਟ ਕਰੂੰਗਾ, ਸਬਸਟੀਟਿਊਟ ਕਰੂੰਗਾ। ਫॉर ਐਗਜ਼ਾਮਪਲ ਮੈਂ ਸਬਸਟੀਟਿਊਟ ਕਰ ਰਿਹਾ ਹਾਂ 1। ਜਦੋਂ ਮੈंने 1 ਸਬਸਟੀਟਿਊਟ ਕੀਤਾ, 1² - 3 × 1 - 4, ਆਨਸਰ ਆ ਗਿਆ 1 3 × 1 - 3 - 4। 1 - 7 तो आंसर विल बी -6। तो आंसर -6 आया, आंसर 0 नहीं आया, तो ਜਿਹੜਾ 1 ਹੈਗਾ ਉਹ 0 ਨਹੀਂ ਹੈਗੀ। ਹੁਣ ਮੈਂ ਚੈੱਕ ਕਰਦਾ ਹਾਂਗਾ p4 ਉੱਤੇ, ਅਗਰ ਮੈਂ 4 ਪੁੱਟ ਕਰ ਰਿਹਾ ਹਾਂਗਾ, 4² - 3 × 4 - 4, 16 - 12 - 4, ਆਨਸਰ 0 ਆ ਗਿਆ ਨਾ। ਤਾਂ 4 ਸਬਸਟੀਟਿਊਟ ਕਰਨ ਤੇ ਆਨਸਰ 0 ਆਇਆਗਾ, ਤਾਂ 4 ਇਸ ਪੋਲੀਨੋਮੀਅਲ ਦੀ 0 ਹੈਗੀ ਆ। ਹੁਣ ਆਪਾਂ ਇੱਕ ਵੈਲਿਊ ਹੋਰ ਪੁੱਟ ਕਰਦੇ ਹਾਂ, ਲੈਟਸ ਸੇ ਮੈਂ -1 ਪੁੱਟ ਕਰ ਰਿਹਾ, -1² 3 × -1 - 4, 1 + 3 - 4, ਆਨਸਰ ਫਿਰ 0 ਆ ਗਿਆ। ਤਾਂ -1 ਵੀ 0 ਹੈਗੀ ਹੈ। ਕਿਸੇ ਵੀ ਪੋਲੀਨੋਮੀਅਲ ਦੀ ਮੈਕਸਿਮਮ ਨੰਬਰ ਆਫ ਜ਼ੀਰੋਸ ਕਿੰਨੀਆਂ ਹੋ ਸਕਦੀ, ਜਿੰਨੀ ਉਸ ਪੋਲੀਨੋਮੀਅਲ ਦੀ ਡਿਗਰੀ ਹੈ। ਜਿਵੇਂ ਹੁਣ ਇਸ ਚੈਪਟਰ ਵਿੱਚ ਆਪਾਂ ਕਲਾਸ 10th ਵਿੱਚ ਆਪਾਂ ਕੁਆਡਰੇਟਿਕ ਪੋਲੀਨੋਮੀਅਲ ਬਾਰੇ ਸਟੱਡੀ ਕਰਾਂਗੇ। ਤਾਂ ਕੁਆਡਰੇਟਿਕ ਪੋਲੀਨੋਮੀਅਲ ਦੀਆਂ, ਕਿਉਂਕਿ ਡਿਗਰੀ 2 ਹੁੰਦੀ ਹੈ ਕੁਆਡਰੇਟਿਕ ਪੋਲੀਨੋਮੀਅਲ ਦੀਆਂ, ਤਾਂ ਮੈਕਸਿਮਮ ਨੰਬਰ ਆਫ ਜ਼ੀਰੋਸ ਵੀ ਕਿੰਨੀਆਂ ਹੋ ਸਕਦੀ ਕਿਸੇ ਪੋਲੀਨੋਮੀਅਲ ਦੀਆਂ, 2। ਤਾਂ ਮਤਲਬ ਇੱਕ 0 ਹੋ ਜੂਗੀ -1 ਤੇ ਇੱਕ ਹੋ ਜੂਗੀ 4 ਇਸ ਪੋਲੀਨੋਮੀਅਲ ਦੇ ਕੇਸ ਵਿੱਚ। ਮੈਕਸਿਮਮ ਨੰਬਰ ਆਫ ਜ਼ੀਰੋਸ 2 ਹੋਣਗੀਆਂ ਕੁਆਡਰੇਟਿਕ ਪੋਲੀਨੋਮੀਅਲ 'ਚ। ਲੀਨੀਅਰ ਪੋਲੀਨੋਮੀਅਲ 'ਚ ਮੈਕਸਿਮਮ ਨੰਬਰ ਆਫ ਜ਼ੀਰੋਸ ਕਿੰਨੀਆਂ ਹੋਣਗੀਆਂ, 1। ਹੁਣ ਆਪਾਂ ਜਿਓਮੈਟ੍ਰੀਕਲ ਰਿਪਰੈਜ਼ੈਂਟੇਸ਼ਨ ਸਿੱਖਾਂਗੇ। ਇਸ ਤੋਂ ਬਾਅਦ ਆਪਾਂ ਮੇਨ ਐਕਸਰਸਾਈਜ਼ ਕਰਾਂਗੇ, ਰਿਲੇਸ਼ਨਸ਼ਿਪ ਸਟੱਡੀ ਕਰਾਂਗੇ 0 ਤੇ ਕੋਐਫੀਸ਼ੀਐਂਟ ਦੇ ਵਿੱਚ।
ਦੇਖੋ ਜਿਹੜਾ ਆ ਵਾਲਾ ਹੁਣ ਨਵਾਂ ਪੈਟਰਨ 2023-24 ਵਾਲਾ, ਇਹਦੇ ਵਿੱਚ ਆਪਣੇ ਕੋਲ ਸਿਰਫ ਦੋ ਐਕਸਰਸਾਈਜ਼ ਆਣੀਆਂ, ਮਤਲਬ ਫਸਟ ਤੇ ਸੈਕਿੰਡ। ਜਿਹੜੀ ਥਰਡ ਐਕਸਰਸਾਈਜ਼ ਹੈਗੀ ਆ ਉਹ ਆਪਣੇ ਕੋਲੇ ਰਿਮੂਵ ਕਰਤੀ ਸੀਬੀਐਸਈ ਨੇ। ਤਾਂ ਆਪਾਂ ਇਸ ਤੋਂ ਬਾਅਦ ਰਿਲੇਸ਼ਨਸ਼ਿਪ ਸਟੱਡੀ ਕਰਾਂਗੇ ਕੋਐਫੀਸ਼ੀਐਂਟ ਤੇ ਜ਼ੀਰੋ ਦਾ। ਪਹਿਲਾਂ ਆਪਾਂ ਜਿਓਮੈਟ੍ਰਿਕ ਰਿਪਰੈਜ਼ੈਂਟੇਸ਼ਨ ਸਟੱਡੀ ਕਰ ਲਈਏ ਇਸ ਵੀਡੀਓ ਵਿੱਚ। ਚਲੋ ਹੁਣ ਆਪਾਂ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਬਾਰੇ ਸਟੱਡੀ ਕਰਦੇ ਹਾਂ। ਮੰਨ ਲਓ ਕੋਈ ਆਪਣੇ ਕੋਲੇ ਲੀਨੀਅਰ ਪੋਲੀਨੋਮੀਅਲ ਆ। ਲੀਨੀਅਰ ਪੋਲੀਨੋਮੀਅਲ ਉਹਦੀ ਮੈਕਸਿਮਮ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੁੰਦੀਆਂ? 1। ਆਪਾਂ ਹੁਣੀ ਸਟੱਡੀ ਕਰਕੇ ਹਟੇ ਆ ਕਿ ਕਿਸੇ ਵੀ ਪੋਲੀਨੋਮੀਅਲ ਦੀਆਂ ਮੈਕਸਿਮਮ ਨੰਬਰ ਆਫ ਜ਼ੀਰੋਜ਼ ਜਿੰਨੀ ਉਹਦੀ ਡਿਗਰੀ ਆ ਉਨੀ ਹੀ ਹੋ ਸਕਦੀਆਂ, ਉਸ ਤੋਂ ਐਕਸੀਡ ਨਹੀਂ ਕਰਦੀਆਂ। ਹੁਣ ਲੀਨੀਅਰ ਪੋਲੀਨੋਮੀਅਲ ਹੈਗਾ ਤਾਂ ਇਹਦੀ ਮੈਕਸਿਮਮ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੋਣਗੀਆਂ? 1 ਹੋਣਗੀਆਂ, ਕਿਉਂਕਿ ਇਹ ਡਿਗਰੀ ਕਿੰਨੀ ਹੁੰਦੀ ਆ? 1 ਹੁੰਦੀ ਆ। ਹੁਣ ਆਪਾਂ ਲੀਨੀਅਰ ਪੋਲੀਨੋਮੀਅਲ ਦਾ ਕੇਸ ਸਟੱਡੀ ਕਰਦੇ ਆ। ਲੀਨੀਅਰ ਪੋਲੀਨੋਮੀਅਲ ਵਿੱਚ ਦੇਖੋ ਤੇਰਾ ਗ੍ਰਾਫ ਕੀ ਬਣੂਗਾ? ਇਹ ਸਟ੍ਰੇਟ ਲਾਈਨ ਗ੍ਰਾਫ ਬਣੂਗਾ, ਕਿਉਂਕਿ 1 0 ਹੈਗੀ ਆ ਤਾਂ ਉਸ ਅਕੋਰਡਿੰਗ ਇਹਦਾ ਗ੍ਰਾਫ ਵੀ ਕੀ ਬਣੂਗਾ? ਸਟ੍ਰੇਟ ਲਾਈਨ ਬਣੂਗਾ, ਕਿਉਂਕਿ ਐਕਸ ਐਕਸਿਸ ਨੂੰ ਇੱਕ ਇੰਟਰਸੈਪਟ ਤੇ ਹੀ ਕੱਟ ਕਰੂਗਾ। ਜਿੰਨੇ ਇੰਟਰਸੈਪਟ ਤੇ ਕੱਟ ਕਰ ਰਿਹਾ ਉਨੀ ਜ਼ੀਰੋਜ਼ ਆ। ਤਾਂ ਜਿਹੜਾ ਲੀਨੀਅਰ ਗ੍ਰਾਫ ਹੈਗਾ, ਲੀਨੀਅਰ ਪੋਲੀਨੋਮੀਅਲ ਦਾ ਗ੍ਰਾਫ ਹੈਗਾ, ਉਹ ਐਕਸ ਐਕਸਿਸ ਨੂੰ ਇੱਕ ਇੰਟਰਸੈਪਟ ਤੇ ਕੱਟ ਕਰੂਗਾ, ਕਿਉਂਕਿ ਉਹਦੀ ਮੈਕਸਿਮਮ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੋ ਸਕਦੀਆਂ? 1। ਤੇ ਗ੍ਰਾਫ ਹਮੇਸ਼ਾ ਕੀ ਹੋਊਗਾ? ਸਟ੍ਰੇਟ ਲਾਈਨ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕੁਆਡ੍ਰੇਟਿਕ ਪੋਲੀਨੋਮੀਅਲ ਦੀ, ਜਿਹੜਾ ਕੁਆਡ੍ਰੇਟਿਕ ਪੋਲੀਨੋਮੀਅਲ ਹੈਗਾ, ਕੁਆਡ੍ਰੇਟਿਕ ਪੋਲੀਨੋਮੀਅਲ ਦੀ ਜਿਹੜੀ ਜਨਰਲ ਫਾਰਮ ਪਹਿਲਾਂ ਆਪਾਂ ਸਟੱਡੀ ਕਰ ਲਈਏ। ਜਿਹੜਾ ਕੁਆਡ੍ਰੇਟਿਕ ਪੋਲੀਨੋਮੀਅਲ ਹੈ ਨਾ, ਉਹਦੀ ਜਨਰਲ ਫਾਰਮ ਦੇ ਵਿੱਚ ਕੀ ਹੁੰਦੀ ਹੈ? ax² + bx + c। ਹੁਣ ਦੇਖੋ ਇਹ ਜਨਰਲ ਫਾਰਮ ਕਿਵੇਂ ਬਣੀ? ਕਿਉਂਕਿ x ਦੀ ਮੈਕਸਿਮਮ ਪਾਵਰ ਹੈ ਕੁਆਡ੍ਰੇਟਿਕ ਪੋਲੀਨੋਮੀਅਲ ਚ ਕਿੰਨੀ ਹੋਊਗੀ? 2 ਹੋਊਗੀ, ਤਾਂ ਹੀ ਉਹ ਕੁਆਡ੍ਰੇਟਿਕ ਪੋਲੀਨੋਮੀਅਲ ਆ ਅਗਰ x ਦੀ ਡਿਗਰੀ 2 ਹੈਗੀ ਆ। ਹੁਣ ਇਸ ਕੇਸ ਵਿੱਚ ਜਿਹੜਾ a ਹੈਗਾ ਉਹ x² ਦਾ ਕੋਐਫੀਸ਼ੀਐਂਟ ਆ ਤੇ b x ਦਾ ਕੋਐਫੀਸ਼ੀਐਂਟ ਆ। a ਦੀ ਵੈਲਿਊ ਕਦੇ ਵੀ 0 ਨਹੀਂ ਹੋ ਸਕਦੀ। ਅਗਰ a ਦੀ ਵੈਲਿਊ 0 ਹੋਗੀ ਤਾਂ ਇਹ ਕੁਆਡ੍ਰੇਟਿਕ ਪੋਲੀਨੋਮੀਅਲ ਨਹੀਂ ਰਹਿਣਾ। ਤਾਂ ਇਸ ਕੇਸ ਵਿੱਚ ਜਿਹੜੀ ਦੀ ਮੈਕਸਿਮਮ ਨੰਬਰ ਆਫ ਜ਼ੀਰੋਜ਼ ਹੋਣਗੀਆਂ ਕਿੰਨੀਆਂ ਹੋਣਗੀਆਂ? 2 ਹੋਣਗੀਆਂ। ਤੇ ਇਹਦਾ ਗ੍ਰਾਫ ਹਮੇਸ਼ਾ ਪੈਰਾਬੋਲਾ ਸ਼ੇਪ ਚ ਬਣਦਾ ਹੈ। ਇਸ ਚੀਜ਼ ਨੂੰ ਪੈਰਾਬੋਲਾ ਕਹਿੰਦੇ ਹੈਗੇ ਆ। ਇਹ ਅਪਵਰਡ ਵੀ ਹੋ ਸਕਦਾ, ਇਹ ਡਾਊਨਵਰਡ ਵੀ। ਜੇ ਤਾਂ a ਦੀ ਵੈਲਿਊ 0 ਤੋਂ ਗ੍ਰੇਟਰ ਆ ਤਾਂ ਇਹ ਹਮੇਸ਼ਾ ਅਪਵਰਡ ਪੈਰਾਬੋਲਾ ਹੋਊਗਾ, ਕਿ ਉੱਪਰ ਨੂੰ ਇਹਦਾ ਜਿਹੜਾ ਮਾਊਥ ਆ ਉਹ ਓਪਨ ਹੋਊਗਾ। ਜੇ a ਦੀ ਵੈਲਿਊ <0 ਆ ਤਾਂ ਇਹ ਹਮੇਸ਼ਾ ਡਾਊਨਵਰਡ ਪੈਰਾਬੋਲਾ ਹੋਊਗਾ। ਦਿਸ ਇਜ਼ ਐਨ ਐਗਜ਼ਾਮਪਲ ਆਫ ਅਪਵਰਡ ਪੈਰਾਬੋਲਾ and this is an example of downward parabola। ਤੇ ਮੈਕਸਿਮਮ ਨੰਬਰ ਆਫ ਜ਼ੀਰੋਜ਼ ਕਿੰਨੀਆਂ? ਜਿੰਨੀਆਂ x ਐਕਸਿਸ ਤੇ ਕੱਟ ਕਰ ਰਿਹਾ, ਜਿਵੇਂ ਆ 2 ਪੁਆਇੰਟ ਤੇ ਕਰ ਰਿਹਾ, ਉਰੇ ਵੀ 2 ਤੇ ਕਰ ਰਿਹਾ। ਮੈਕਸਿਮਮ ਨੰਬਰ ਆਫ ਜ਼ੀਰੋਜ਼ 2 ਹੋਣਗੀਆਂ, 0 ਵੀ ਹੋ ਸਕਦੀ ਹੈ, 1 ਵੀ ਹੋ ਸਕਦੀ ਹੈ। ਹੁਣ ਮੰਨ ਲਓ ਇਸ ਕੇਸ ਵਿੱਚ ਇਹਦੀ ਜ਼ੀਰੋਜ਼ 0 ਹੈਗੀਆਂ, ਤਾਂ ਇਸ ਕੇਸ ਵਿੱਚ ਇਹ ਜ਼ੀਰੋਜ਼ 2 ਹੈਗੀਆਂ। ਮੈਕਸਿਮਮ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੋਣਗੀਆਂ? 2 ਹੋਣਗੀਆਂ ਇਨ ਕੇਸ ਆਫ ਕੁਆਡ੍ਰੇਟਿਕ ਪੋਲੀਨੋਮੀਅਲ। ਇਹ ਆਪਣੀ ਫਰਸਟ ਐਕਸਰਸਾਈਜ਼ ਆਈ ਪੁੱਛਿਆ ਹੋਇਆ, ਮੈਕਸਿਮਮ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੈਗੀਆਂ ਯੂਜ਼ਿੰਗ ਗ੍ਰਾਫ। ਜੇ ਆਪਾਂ ਕਿਊਬਿਕ ਪੋਲੀਨੋਮੀਅਲ ਬਾਰੇ ਦੇਖਦੇ ਹਾਂ ਤਾਂ ਕਿਊਬਿਕ ਪੋਲੀਨੋਮੀਅਲ ਦੇ ਕੇਸ ਵਿੱਚ ਜਿਹੜੀ ਮੈਕਸਿਮਮ ਨੰਬਰ ਆਫ ਜ਼ੀਰੋਜ਼ ਆ ਉਹ ਕਿੰਨੀਆਂ ਹੋਣਗੀਆਂ? 3 ਹੋਣਗੀਆਂ, ਕਿਉਂਕਿ ਉਹ ਜਨਰਲ ਫਾਰਮ ਕੀ ਹੁੰਦੀ ਹੈ? ax³ + bx² + cx + d। ਤਾਂ ਇਹਦੀ ਮੈਕਸਿਮਮ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੋ ਸਕਦੀਆਂ? 3। ਇਸ ਕੇਸ ਵਿੱਚ ਜਿਹੜੀ ਮੈਕਸਿਮਮ ਨੰਬਰ ਆਫ ਜ਼ੀਰੋਜ਼ ਹੈਗੀ 3 ਹੈ, ਤੇ ਕਿਹਦੀ ਐਗਜ਼ਾਮਪਲ ਆ? ਕਿਊਬਿਕ ਪੋਲੀਨੋਮੀਅਲ ਦੀ ਐਗਜ਼ਾਮਪਲ ਹੈ, ਜਿੱਥੇ x ਨੂੰ ਇੰਟਰਸੈਪਟ ਕਰ ਰਿਹਾ। ਜੇ ਆਪਣੇ ਕੋਲ ਕੇਸ ਆਪਾਂ ਲੈ ਰਹੇ ਹਾਂ px ਦਾ, ਠੀਕ ਹੈ। ਸੋ ਆਪਾਂ ਯੂਜ਼ਿੰਗ ਗ੍ਰਾਫ ਇਹ ਦੱਸ ਸਕਦੇ ਹਾਂ ਕਿ ਨੰਬਰ ਆਫ ਜ਼ੀਰੋਜ਼ ਕਿੰਨੀਆਂ। ਫਰਸਟ ਐਕਸਰਸਾਈਜ਼ ਚਾਹੀਦਾ ਦੱਸਣਾ ਹੈਗਾ ਕਿ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੈਗੀਆਂ। ਹੁਣ ਆਪਾਂ ਇਸ ਤੋਂ ਬਾਅਦ ਸੈਕਿੰਡ ਐਕਸਰਸਾਈਜ਼ ਬਾਰੇ ਸਟੱਡੀ ਕਰਾਂਗੇ ਪੋਲੀਨੋਮੀਅਲਸ ਦੀ, ਜਿਹਦੇ ਵਿੱਚ ਆਪਾਂ ਰਿਲੇਸ਼ਨਸ਼ਿਪ ਸਟੱਡੀ ਕਰਾਂਗੇ ਜ਼ੀਰੋਜ਼ ਤੇ ਕੋਐਫੀਸ਼ੀਐਂਟਸ ਦਾ। ਮੇਨ ਐਕਸਰਸਾਈਜ਼ ਆਹੀ ਆ ਤੇ ਐਗਜ਼ਾਮ ਚ ਕੁਐਸਚਨ ਵੀ ਇਸੇ ਐਕਸਰਸਾਈਜ਼ ਚੋਂ ਆਊਗਾ। ਤੇ ਫਿਰ ਆਪਾਂ ਕੁਝ ਪੋਲੀਨੋਮੀਅਲ ਦੇ ਪ੍ਰੀਵੀਅਸ ਈਅਰ ਤੇ ਕੁਝ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ, ਜੋ ਆਪਾਂ ਇੱਕ ਹੋਰ ਚੈਨਲ ਬਣਾਵਾਂਗੇ ਉਸ ਉੱਤੇ ਕਰਾਂਗੇ। ਉਹ ਕੁਐਸਚਨਸ ਆਪਾਂ ਹਿੰਦੀ ਚ ਡਿਸਕਸ ਕਰਾਂਗੇ। ਉਹ ਜਿਹੜੇ ਕੁਐਸਚਨਸ ਹੋਣਗੇ ਸਾਰੇ ਇੰਪੋਰਟੈਂਟ ਕੁਐਸਚਨਸ ਹੋਣਗੇ, ਤੇ ਮਤਲਬ ਕੁਝ ਹਾਈ ਲੈਵਲ ਕੁਐਸਚਨਸ ਹੋਣਗੇ। ਜਿਹੜੇ ਬੇਸਿਕ ਵੀਡੀਓਜ਼ ਆ ਉਹ ਇਸ ਚੈਨਲ ਤੇ ਅਪਲੋਡ ਹੋਇਆ ਕਰਨਗੀਆਂ, ਜਿਹੜੇ ਇੰਪੋਰਟੈਂਟ ਕੁਐਸਚਨ ਆ ਉਹ ਆਪਣੇ ਦੂਸਰੇ ਚੈਨਲ ਤੇ ਅਪਲੋਡ ਹੋਇਆ ਕਰਨਗੇ। ਥੈਂਕ ਯੂ।